ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਕਿ ਹਾਜ਼ਰਾ ਹਜ਼ੂਰ ਗੁਰੂ ਤੇ ਜੁਗੋ ਜੁਗ ਅਟਲ ਸਦੀਵੀ ਗੁਰੂ ਨੇ ਸਮੁੱਚੀ ਸਿੱਖ ਕੌਮ ਦੇ ਤੇ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਉਪਦੇਸ਼ ਦਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਨੇ, ਹਮਰਾ ਝਗੜਾ ਰਹਾ ਨ ਕੋਊ ਪੰਡਤ ਮੁੱਲਾਂ ਛਾੜੇ ਦੋਊ। ਫਿਰ ਅੱਗੇ ਆਖਿਆ, ਪੰਡਤ ਮੁੱਲਾਂ ਜੋ ਲਿਖ ਦਿਆ ਛਾੜ ਚਲੇ ਹਮ ਕਛੂ न लिया। ये भी पातशाह ने आख्या है कि ना हम हिंदू ना मुसलमान अल्लाह राम के पिंड प्राण। गुरु का जड़ा खालसा है, गुरु का जड़ा सिख है, ना वो हिंदू है तो ना वो मुसलमान है। सिख कौम एक वखरी कौम है, न्यारी कौम है, विलखण कौम है। ये गल सारी सिख कौम ते कौम का बच्चा बच्चा जानता है। पर कुछ लोग ऐसे भी हैगे ने ਜਿਹੜੇ ਨਾ ਤੇ ਅੰਦਰੋਂ ਸਿੱਖ ਨੇ ਤੇ ਨਾ ਬਾਹਰੋਂ ਸਿੱਖ ਨੇ, ਪਰ ਆਪਣੇ ਆਪ ਨੂੰ ਸਿੱਖ ਕੌਮ ਦੇ ਵੱਡੇ ਲੀਡਰ ਅਤੇ ਆਪਣੇ ਆਪ ਨੂੰ ਸਿੱਖ ਕੌਮ ਦੀ ਅਗਵਾਈ ਕਰਨ ਵਾਲਾ ਦੱਸਦੇ ਨੇ। ਅੱਜ ਕੱਲ੍ਹ ਆਪਾਂ ਸਭ ਜਾਣਦੇ ਹਾਂ ਕਿ UCC ਦੇ ਵਿੱਚ ਭਖਵੀਂ ਬਹਿਸ ਚੱਲ ਰਹੀ ਹੈ। ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹ ਆਪਣੇ ਤੌਖਲੇ ਤੇ ਚਿੰਤਾਵਾਂ ਜ਼ਾਹਰ ਕਰ ਰਹੀਆਂ ਨੇ, ਪਰ ਇਹ ਸਾਰੇ ਕੁਛ ਦੇ ਵਿੱਚ ਹੀ ਮਨਜਿੰਦਰ ਸਿੰਘ ਸਿਰਸਾ ਕੱਲ੍ਹ ਇੱਕ TV ਚੈਨਲ ਦੇ ਉੱਤੇ ਬੈਠਾ ਹੋਇਆ ਸੀ ਤੇ TV ਚੈਨਲ ਦੇ ਉੱਤੇ ਬੈਠਾ ਹੋਇਆ ਤੁਸੀਂ ਆਪ ਹੀ ਉਹਦੀ ਜਿਹੜੀ ਡਿਬੇਟ ਹੈ, ਡਿਬੇਟ ਦੇ ਵਿੱਚ ਜਿਹੜਾ ਉਹਨੇ ਪੱਖ ਰੱਖਿਆ ਤੁਸੀਂ ਇੱਕ ਵਾਰੀ ਸੁਣੋ। जी बिल्कुल, आपने ठीक कहा। पहले मैं आपको बता देना चाहता हूँ, आनंद मैरिज एक्ट जो है वो केवल रजिस्ट्रेशन पर्पस के लिए है। जो लॉ है वो हिंदू मैरिज एक्ट का ही गवर्न होता है। हमारे में कोई डाइवोर्स को लेके या कुछ और अडॉप्शन को लेके कोई कानून नहीं है। ये आनंद मैरिज एक्ट जो है ये रजिस्ट्रेशन पर्पस के लिए है। जब हम शादी कराते हैं उसके बाद जो हमें गवर्नमेंट से सर्टिफिकेट मिलता था उसके अंदर अब मिलता है हमें आनंद मैरिज एक्ट का सर्टिफिकेट मिलता है, और उस सर्टिफिकेट के तहत हमारी शादी जो है वो रजिस्टर होती हैं। तो हमारा सर्टिफिकेशन तक ही एक्ट था। इससे आगे हमारे एक्ट में कोई हमारे अपना अलग से कोई हमारे रूल रेगुलेशंस नहीं थे, कोई अलग से हमारा डिवोर्स या हो शादी के प्रोसेस कोई नहीं था। जो गुरु ग्रंथ साहिब महाराज जी के सामने आनंद कार्य हो गए वही मान्य था। एक हम तो पहले UCC में हैं, जैसे कहते हैं ना यूनिफॉर्म सिविल कोड, हम तो पहले ही यूनिफॉर्म सिविल कोड में हैं। हम तो कहते हैं हम बाकी देश ने बाद में आना है यूनिफॉर्म सिविल कोड में। क्यों है हम? हमारे पास तो पहले ही अपना आनंद कार्य के अलावा हमारा कोई ऐसा कानून नहीं है जो हमारा अपना हो। हमारे पास तो पहले ही लिए हुए मांगे हुए कानून हैं। इसलिए हमें तो अच्छी है, हम तो खुशी इस बात की कि हम हमारी तरह बाकी सारे भी यूनिफॉर्म सिविल कोड में आ जाएंगे। सबके लिए एक ही कोड होगा। जहां तक आनंद मैरिज एक्ट की रजिस्ट्रेशन है, रजिस्ट्रेशन के लिए उस सर्टिफिकेट में कोई अंतर नहीं होगा। हमारा रजिस्ट्रेशन सर्टिफिकेट हमें एज इट इज। जिवें मनजिंदर सिंह सिरसा कह रहा है कि सिखां दा जिहड़ा कोई वखरा आनंद कारज एक्ट नहीं है। पहली गल तो यह है कि सिख कौम एक वखरी कौम है। 1909 ਦੇ ਵਿੱਚ अंग्रेज़ां ਦੇ ਵੇਲੇ एक वखरा आनंद कारज एक्ट ਬਣਿਆ ਸੀ, पर 1955 ਦੇ ਵਿੱਚ ਜਿਹੜੀ ਭਾਰਤੀ ਹਕੂਮਤ ਹੈ ਇਹਨੇ ਉਸ ਨੂੰ ਖਤਮ ਕਰਕੇ ਤੇ ਸਿੱਖਾਂ ਨੂੰ ਹਿੰਦੂ ਐਕਟ ਦੇ ਤਹਿਤ ਹੀ ਰਜਿਸਟਰਡ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਸਿੱਖਾਂ ਨੇ ਬਾਅਦ ਵਿੱਚ ਆਪਣੀਆਂ ਚਿੰਤਾਵਾਂ ਫਿਕਰ ਜ਼ਾਹਰ ਕਰਦਿਆਂ ਤੇ ਤਕਰੀਬਨ 2012 ਦੇ ਵਿੱਚ ਜਿਹੜਾ ਇਹ ਹੁਣ ਵਾਲਾ ਆਨੰਦ ਕਾਰਜ ਐਕਟ ਆ ਸਿੱਖਾਂ ਦੇ ਸਾਹਮਣੇ ਆਇਆ, ਜਿਹਦੇ ਵਿੱਚ ਬਹੁਤ ਸਾਰੀਆਂ ਕਮੀਆਂ, ਪਰ ਫਿਰ ਵੀ ਸਿੱਖਾਂ ਨੂੰ ਇੱਕ ਖੁਸ਼ੀ ਹੈ ਕਿ ਇੱਕ ਵੱਖਰੇ ਐਕਟ ਦੇ ਤਹਿਤ ਸਾਡਾ ਜਿਹੜਾ ਵਿਆਹ ਰਜਿਸਟਰਡ ਹੋ ਰਿਹਾ। ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜਾ ਹੈ ਉਹ ਕਹਿ ਰਿਹਾ ਕਿ ਮੈਂ ਸਿੱਖਾਂ ਦਾ ਰਿਪਰੈਜ਼ੈਂਟ ਹਾਂ, ਮੈਂ ਰਿਪਰੈਜ਼ੈਂਟ ਬਣ ਕੇ ਸਿੱਖਾਂ ਦੀ ਉਹ ਗੱਲ ਰੱਖ ਰਿਹਾ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਮਨਜਿੰਦਰ ਸਿੰਘ ਸਿਰਸਾ ਹੈ ਇਹ ਕੋਈ ਸਿੱਖਾਂ ਦਾ ਆਗੂ ਨਹੀਂ, ਸਿੱਖਾਂ ਦਾ ਕੋਈ ਪ੍ਰਤੀਨਿਧ ਨਹੀਂ, ਸਿੱਖਾਂ ਦੇ ਆਧਾਰ ਦੇ ਉੱਤੇ ਇਹਨੂੰ ਕੋਈ ਵੀ ਸਟੇਟਮੈਂਟ ਦੇਣ ਦਾ ਹੱਕ ਹੀ ਨਹੀਂ ਹੈਗਾ। ਕਿਉਂਕਿ ਇਹੋ ਜਿਹੇ ਜਿਹੜੇ ਮਸਲੇ ਨੇ ਇਹਦੇ ਤੇ ਸਾਡੇ ਜਿਹੜੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਨੇ ਉਹ ਕੌਮ ਦੀ ਗੱਲ ਸਾਰਿਆਂ ਦੇ ਸਾਹਮਣੇ ਰੱਖ ਸਕਦੇ ਨੇ, ਜਾਂ ਜਿਹੜੇ ਪੰਥ ਪ੍ਰਵਾਨਿਤ ਵਿਦਵਾਨ ਨੇ ਉਹ ਕੋਈ ਗੱਲ ਰੱਖ ਸਕਦੇ ਨੇ। ਪਰ ਮਨਜਿੰਦਰ ਸਿਰਸੇ ਨੂੰ ਕੋਈ ਹੱਕ ਨਹੀਂ ਕਿ ਉਹ ਕੌਮ ਦਾ ਨੁਮਾਇੰਦਾ ਜਾਂ ਕੌਮ ਦਾ ਆਗੂ ਆ। ਇਹ ਵੇਖੋ ਮਨਜਿੰਦਰ ਸਿਰਸਾ ਕੀ ਕਹਿ ਰਿਹਾ ਕਿ ਅਸੀਂ ਤੇ ਪਹਿਲਾਂ ਹੀ UCC ਦੇ ਤਹਿਤ ਵੇਖੋ ਜੀ ਰਜਿਸਟਰਡ ਹਾਂ, ਤੇ ਸਾਨੂੰ ਤੇ ਬੜੀ ਖੁਸ਼ੀ ਹੋਊਗੀ ਕਿ ਜੇ ਸਮੁੱਚਾ ਇਹ ਜਿਹੜੇ ਦੂਜੇ ਤੋਂ ਧਰਮ ਵੀ ਆ ਜਾਂ ਦੂਜੇ ਲੋਕ ਵੀ ਆ ਉਹ ਇਸ ਕਾਨੂੰਨ ਦੇ ਤਹਿਤ ਆ ਜਾਣ। ਇਹਦੇ ਕਹਿਣ ਦਾ ਭਾਵ ਇਹ ਆ ਕਿ ਮੈਨੂੰ ਹਿੰਦੂ ਹੋਣ ਦੇ ਉੱਤੇ ਮਾਣ ਹੈ ਤੇ ਸਾਨੂੰ ਇਹ ਖੁਸ਼ੀ ਹੋਊਗੀ ਕਿ ਦੂਜੇ ਧਰਮ ਤੇ ਦੂਜੀਆਂ ਕੌਮਾਂ ਵੀ ਇਹਦੇ ਵਿੱਚ ਤਹਿਤ UCC ਦੇ ਤਹਿਤ ਇੱਕ ਜਿਹੜਾ ਇਹ ਸਿਵਲ ਕੋਡ ਲਿਆਂਦਾ ਜਾ ਰਿਹਾ। ਕਿਉਂਕਿ ਕ੍ਰਿਮੀਨਲ ਕੋਡ ਤੇ ਆਪਾਂ ਸਭ ਜਾਣਦੇ ਅੱਗੇ ਇੱਕੋ ਜਿਹਾ, ਪਰ ਕਿਉਂਕਿ ਭਾਰਤ ਜਿਹੜਾ ਇਹ ਬਹੁਭਾਤੀ ਸੱਭਿਆਚਾਰ ਇਹਦੇ ਵਿੱਚ ਹੈ, ਵੱਖ-ਵੱਖ ਪਹਿਰਾਵੇ, ਵੱਖ-ਵੱਖ ਬੋਲੀਆਂ ਨੇ, ਇਸ ਕਰਕੇ ਇਹ ਤੇ ਇੱਕ ਗੁਲਦਸਤੇ ਵਾਂਗ ਆ ਜਿਹਦੇ ਵਿੱਚ ਕਈ ਜਿਹੜੇ ਫੁੱਲ ਨੇ ਉਹ ਖਿੜੇ ਹੋਏ ਨੇ। ਪਰ ਜਿਹੜਾ ਮਨਜਿੰਦਰ ਸਿਰਸਾ ਵਾ
ਇਹ ਵੇਖੋ ਇਹ ਕਹਿ ਰਿਹਾ ਕਿ ਸਾਨੂੰ ਤੇ ਬੜੀ ਖੁਸ਼ੀ ਹੋਊਗੀ ਕਿ ਅਸੀਂ ਦੂਜੇ ਵੀ ਜਿਹੜੇ ਆ ਜੇ UCC ਦੇ ਤਹਿਤ ਰਜਿਸਟਰਡ ਹੋ ਜਾਣ। ਮੈਂ ਇਹ ਮੰਨਦਾ ਵਾਂ, ਮੈਂ ਇਹ ਸਮਝਦਾ ਵਾਂ ਕਿ ਇਹ ਮਨਜਿੰਦਰ ਸਿੰਘ ਸਿਰਸਾ ਉਹੀ ਗਲਤੀ ਕਰ ਰਿਹਾ ਜਿਹੜੀ ਗਲਤੀ ਕਿਸੇ ਸਮੇਂ ਬਾਬਾ ਰਾਮ ਰਾਏ ਜੀ ਨੇ ਦਿੱਲੀ ਜਾ ਕੇ ਕੀਤੀ ਸੀ ਹਾਕਮਾਂ ਨੂੰ ਖੁਸ਼ ਕਰਨ ਲਈ। ਔਰ ਇਹ ਹਾਕਮਾਂ ਦੇ ਤਲਵੇ ਚੜ੍ਹਦਾ ਆ ਜਿਹੜਾ ਮਨਜਿੰਦਰ ਸਿਰਸਾ ਹੈ, ਉਹਦੇ ਤੋਂ ਵੀ ਵੱਡੀ ਗਲਤੀ ਕਰ ਰਿਹਾ, ਜਿੱਥੇ ਇਹ ਕਹਿ ਰਿਹਾ ਕਿ ਸਿੱਖ, ਇਹਦੇ ਕਹਿਣ ਦਾ ਭਾਵ ਇਹੀ ਆ ਕਿ ਸਿੱਖ ਕੋਈ ਵੱਖਰੀ ਜਾਂ ਨਿਆਰੀ ਕੌਮ ਹੈ ਹੀ ਨਹੀਂ। ਸਾਨੂੰ ਤੇ ਬੜੀ ਖੁਸ਼ੀ ਹੈ ਵੀ ਸਾਰੀ ਇਸ ਕਾਨੂੰਨ ਦੇ ਤਹਿਤ ਜਾਂ ਐਕਟ ਦੇ ਤਹਿਤ ਇੱਕੋ ਜਿਹੇ ਹੋ ਜਾਣ। ਪਹਿਲੀ ਗੱਲ ਕਿ ਮਨਜਿੰਦਰ ਸਿਰਸਾ ਨੂੰ ਹੱਕ ਨਹੀਂ, ਉਹ ਸਿੱਖਾਂ ਦਾ ਆਗੂ ਨਹੀਂ। ਇਸ ਕਰਕੇ ਮੈਂ ਬੇਨਤੀ ਕਰੂੰਗਾ ਦੁਨੀਆ ਭਰ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਵਾ ਜਾਂ ਜਿਹੜੇ ਸਿੱਖ ਵਾ ਉਹ ਆਪੋ ਆਪਣੀਆਂ ਚਿੱਠੀਆਂ ਤੇ ਸ਼ਿਕਾਇਤਾਂ ਮਨਜਿੰਦਰ ਸਿਰਸੇ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਰੱਖਣ ਔਰ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਵੇ ਤੇ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਪੁੱਛਿਆ ਜਾਵੇ ਕਿ ਇਹ ਕਿਸ ਆਧਾਰ ਦੇ ਉੱਤੇ ਉੱਥੇ ਸਿੱਖਾਂ ਵੱਲੋਂ ਇਹ ਬਿਆਨਬਾਜ਼ੀ ਕਰ ਰਿਹਾ ਜਾਂ ਸਿੱਖਾਂ ਵੱਲੋਂ ਇਹ ਸਟੇਟਮੈਂਟ ਦੇ ਰਿਹਾ ਕਿ ਜਿਹੜੀ UCC ਆ ਉਹ ਸਾਨੂੰ ਪ੍ਰਵਾਹ ਨਾ, ਤੇ ਸਾਨੂੰ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਤੇ ਪਹਿਲਾਂ UCC ਦੇ ਤਹਿਤ ਹੀ ਆਉਂਦੇ ਹਾਂ। ਇਹ ਸਿਰਸਾ ਕਿਸ ਆਧਾਰ ਦੇ ਉੱਤੇ ਸਮੁੱਚੀ ਕੌਮ ਦੇ ਵੱਲੋਂ ਇਹ ਬਿਆਨਬਾਜ਼ੀ ਕਰ ਰਿਹਾ, ਇਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਇਹ ਪੁੱਛਿਆ ਜਾਵੇ ਔਰ ਇਹਦੇ ਉੱਤੇ ਸਿੱਖਾਂ ਵੱਲੋਂ ਕੋਈ ਵੀ ਬਿਆਨ ਦੇਣ ਦੇ ਉੱਤੇ ਪੂਰਨ ਤੌਰ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਾਬੰਦੀ ਲਾਈ ਜਾਵੇ, ਕਿਉਂਕਿ ਗੱਲ ਕਹਿੰਦੇ ਸਹੇ ਦੀ ਨਹੀਂ, ਗੱਲ ਪਹੇ ਦੀ ਆ। ਮਨਜਿੰਦਰ ਸਿੰਘ ਜਿਹੜਾ ਸਿਰਸਾ, ਵੇਖੋ ਮੈਂ ਤੇ ਹੈਰਾਨ ਆ ਭਈ ਇਸ ਬੰਦੇ ਨੂੰ ਕਿਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ। ਇਸ 3 ਸਾਲ ਇਹ ਪ੍ਰਧਾਨ ਰਿਹਾ ਤੇ 6 ਸਾਲ ਇਹ ਜਨਰਲ ਸਕੱਤਰ ਰਿਹਾ। ਇਹੋ ਜਿਹਾ ਬੰਦਾ ਜਿਹੜਾ ਸਿੱਖਾਂ ਦੀ ਵੱਖਰੀ ਹੋਂਦ, ਵੱਖਰੀ ਪਛਾਣ ਨੂੰ ਮੰਨਦਾ ਹੀ ਨਹੀਂ, ਉਹ ਇੱਕ ਸਿੱਖਾਂ ਦੀ ਵੱਡੀ ਸੰਸਥਾ ਦਾ ਪ੍ਰਧਾਨ ਕਿੱਦਾਂ ਰਹਿ ਸਕਦਾ ਹੈ? ਹੱਦ ਕਮਾਲ ਹੋਈ ਪਈ ਹੈ। ਦੂਜੀ ਗੱਲ ਇਹ ਕਿ ਕੱਲ ਸਵੇਰੇ ਹੀ ਅਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਦਾਅਵਾ ਕੀਤਾ ਕਿ ਅਸੀਂ ਬੜੇ ਵੱਡੇ ਵਿਦਵਾਨ ਦੁਨੀਆ ਭਰ ਦੇ ਵਿੱਚੋਂ ਇਕੱਠੇ ਕਰਕੇ UCC ਦੇ ਉੱਤੇ ਚਰਚਾ ਕਰਨ ਦੇ ਵਾਸਤੇ ਦਿੱਲੀ ਸੱਦੇ ਆ। ਉਹਦੀਆਂ ਜਿਹੜੀਆਂ ਫੋਟੋਆਂ ਇਹਨਾਂ ਨੇ ਰਿਲੀਜ਼ ਕੀਤੀਆਂ, ਉਹਦੇ ਵਿੱਚ ਜਿੱਥੇ ਹਰਮੀਤ ਸਿੰਘ ਕਾਲਕਾ ਬੈਠੇ ਆ, ਜਗਦੀਪ ਸਿੰਘ ਕਾਲੋਂ ਬੈਠੇ ਆ, ਉਹਦੇ ਵਿੱਚ ਉਹ ਤਰਲੋਚਨ ਸਿੰਘ ਜਿਹੜਾ ਪਹਿਲਾਂ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਰਿਹਾ ਉਹ ਬੈਠਾ ਹੈ, ਬਾਬਾ ਬਲਜੀਤ ਸਿੰਘ ਦਾਦੂਵਾਲ ਹੋਣੀ ਬੈਠੇ ਆ ਔਰ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਬੈਠਾ ਹੈ। ਇਸ ਕਰਕੇ ਜਿਹੜੇ ਹਰਮੀਤ ਸਿੰਘ ਕਾਲਕਾ ਵਾ ਉਹ ਸਪਸ਼ਟ ਕਰਨ, ਬਾਬਾ ਬਲਜੀਤ ਸਿੰਘ ਦਾਦੂਵਾਲ ਹੋਣੀ ਸਪਸ਼ਟ ਕਰਨ ਕਿ ਜਦੋਂ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਨ ਸਟੇਜ ਤੇ ਤੁਹਾਡੇ ਨਾਲ ਬਹਿ ਕੇ ਪ੍ਰੈਸ ਦੇ ਵਿੱਚ ਬੈਠਾ ਜਾਂ ਜਦੋਂ ਸੰਮੇਲਨ ਹੋਇਆ, ਕੀ ਤੁਸੀਂ ਮਨਜਿੰਦਰ ਸਿੰਘ ਸਿਰਸਾ ਦੀ ਇਸ ਸਟੇਟਮੈਂਟ ਦੇ ਨਾਲ ਸਹਿਮਤ ਹੋ ਕਿ ਸਿੱਖ ਇੱਕ ਵੱਖਰੀ ਕੌਮ ਨਹੀਂ ਹੈ, ਸਿੱਖ ਇੱਕ ਨਿਆਰੀ ਕੌਮ ਨਹੀਂ ਹੈ? ਇਹ ਹਰਮੀਤ ਸਿੰਘ ਕਾਲਕੇ ਨੂੰ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਹ ਤੁਹਾਡੇ ਨਾਲ ਬੈਠਾ ਤੇ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ? ਜੇ ਨਹੀਂ ਸਹਿਮਤ ਹੋ ਤਾਂ ਆਪਣੀ ਕੋਈ ਸਟੇਟਮੈਂਟ ਦਿਓ, ਤੇ ਜੇ ਤੁਸੀਂ ਨਹੀਂ ਸਹਿਮਤ ਹੋ ਤੇ ਇਹੋ ਜਿਹੇ ਬੰਦੇ ਨੂੰ ਆਪਣੇ ਨਾਲ ਭਾਲਦੇ ਕਿਉਂ ਜਿਹੜਾ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਸਾਨੂੰ ਤੇ UCC ਪ੍ਰਵਾਨ ਹੈ? ਇੱਕ ਬੰਨੇ ਤੁਸੀਂ ਪ੍ਰੈਸ ਦੇ ਵਿੱਚ ਸਟੇਟਮੈਂਟ ਦਿੱਤੀ ਕਿ ਅਜੇ UCC ਦਾ ਕੋਈ ਮਸੌਦਾ ਨਹੀਂ ਆਇਆ, ਇਸ ਕਰਕੇ ਅਸੀਂ ਇਹਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕੁਝ ਨਹੀਂ ਕਰ ਸਕਦੇ। ਤੁਸੀਂ ਇਹ ਵੀ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਤੇ ਤੁਸੀਂ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਹੋ? ਉਹ ਬੰਦਾ ਜਿਹੜਾ ਸ਼ਰੇਆਮ ਕਹਿ ਰਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਹੀ ਨਹੀਂ, ਇਹਦੇ ਬੋਲਾਂ ਤੋਂ ਸਪਸ਼ਟ ਹੋ ਰਿਹਾ, ਉਹ ਤੁਹਾਡੇ ਨਾਲ ਬੈਠਾ ਕੀ ਕਰਦਾ ਹੈ? ਤੁਸੀਂ ਕਹਿੰਦੇ ਹੋ ਸਾਨੂੰ ਮਸੌਦੇ ਦਾ ਪਤਾ ਨਹੀਂ, ਤੇ ਤੁਹਾਡੇ ਨਾਲ ਬੈਠਾ ਮਨਜਿੰਦਰ ਸਿਰਸਾ ਜਿਹੜਾ ਉਹ ਸ਼ਾਮ ਨੂੰ ਡਿਬੇਟ ਦੇ ਵਿੱਚ ਕਹਿ ਰਿਹਾ ਕਿ UCC ਦਾ ਤੇ ਮਸੌਦਾ ਹੀ ਬੜਾ ਵਧੀਆ ਹੈ। ਉਹਨੂੰ ਤੇ ਪਤਾ ਹੈ ਨਾ, ਉਹਨੇ ਤੁਹਾਨੂੰ ਦੱਸਿਆ ਹੋਊਗਾ। ਇਸ ਕਰਕੇ ਇਹ ਜਿਹੜਾ ਦੋਗਲਾਪਨ ਹੈ ਇਹ ਕੌਮ ਦੇ ਸਾਹਮਣੇ ਨਹੀਂ ਚੱਲਣਾ ਹੈ। ਕੌਮ ਜਿਹੜੀ ਆ ਉਹ ਸਿਰਫ ਭਾਰਤ ਦੇ ਵਿੱਚ ਨਹੀਂ ਵਸਦੀ ਹੈ, ਪਾਕਿਸਤਾਨ ਦੇ ਵਿੱਚ ਵੱਖਰਾ ਆਨੰਦ ਕਾਰਜ ਐਕਟ ਹੈ, ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਮਿਲ ਰਹੀ ਹੈ, ਨਿਆਰੀ ਕੌਮ ਵਜੋਂ ਮਾਨਤਾ ਮਿਲ ਰਹੀ ਹੈ। ਸਿੱਖ ਸਮੁੱਚੇ ਸੰਸਾਰ ਦੇ ਵਿੱਚ ਬੈਠੇ ਨੇ, ਤੇ ਜੇ ਤੁਸੀਂ ਆਖੋਗੇ ਕਿ ਅਸੀਂ ਹਾਕਮਾਂ ਨੂੰ ਖੁਸ਼ ਕਰਨ ਦੇ ਲਈ, ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਸਿੱਖਾਂ ਦੀ ਨਿਆਰੀ ਤੇ ਵੱਖਰੀ ਹੋਂਦ ਦੇ ਮਸਲੇ ਦੇ ਨਾਲ ਕੋਈ ਸਮਝੌਤਾ ਕਰ ਲਵੋਗੇ, ਚੇਤੇ ਦੇ ਵਿੱਚ ਰੱਖਿਓ ਸਿੱਖਾਂ ਨੇ ਇਹ ਪ੍ਰਵਾਨ ਨਹੀਂ ਕਰਨਾ ਹੈ, ਸਿੱਖਾਂ ਨੇ ਇਹ ਸਹਿਣ ਨਹੀਂ ਕਰਨਾ ਹੈ, ਕਿਉਂਕਿ ਸਿੱਖ ਇਹ ਮੰਨਦੇ ਆ। ਸਿੱਖਾਂ ਨੂੰ ਤੇ ਜੇ ਬਹੁਤੀ ਗੱਲ ਹੈ ਤੇ ਤੁਸੀਂ ਭਾਈ ਸਾਹਿਬ ਭਾਈ ਕਾਨ, ਮੈਂ ਮਨਜਿੰਦਰ ਸਿੰਘ ਸਿਰਸੇ ਨੂੰ ਆਖੂੰਗਾ, ਮੈਂ ਹਰਮੀਤ ਸਿੰਘ ਕਾਲਕੇ ਨੂੰ ਆਖੂੰਗਾ, ਮੈਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਆਖੂੰਗਾ ਕਿ ਜੇ ਤੁਸੀਂ ਬਹੁਤੀ ਜਾਣਕਾਰੀ ਹੋਰ ਵਧਾਉਣੀ ਹੈ ਨਾ, ਤੇ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਉਹਨਾਂ ਨੇ ਕਿਤਾਬ ਲਿਖੀ ਸੀ ਹਮ ਹਿੰਦੂ ਨਹੀਂ, ਇਹ ਕਿਤਾਬ ਪੜ੍ਹ ਲਿਓ ਤੇ ਫੇਰ ਗੱਲ ਕਰਿਓ। ਐਵੇਂ ਨਾ ਸਿੱਖਾਂ ਦੇ ਇਹ ਮਨਜਿੰਦਰ ਸਿੰਘ ਸਿਰਸਾ ਵਰਗੇ ਜਿਹੜੇ ਆ ਉਹ ਬੁਲਾਰੇ ਬਣ ਕੇ, ਆਗੂ ਬਣ ਕੇ ਆਪਣੀਆਂ ਸਟੇਟਮੈਂਟਾਂ ਜ਼ਾਹਰ ਕਰ ਰਹੇ ਆ। ਇਸ ਕਰਕੇ ਮੈਂ ਸਮੁੱਚੀ ਦੁਨੀਆ ਦੇ ਸਿੱਖਾਂ ਨੂੰ ਇਹ ਬੇਨਤੀ ਕਰਦਾ ਕਿ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵੱਧ ਤੋਂ ਵੱਧ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤਾਂ ਭੇਜੀਆਂ ਜਾਣ। ਸ਼੍ਰੀ ਅਕਾਲ ਤਖਤ ਸਾਹਿਬ ਇਸ ਬੰਦੇ ਨੂੰ ਉੱਥੇ ਤਲਬ ਕਰੇ
ਔਰ ਜੋ ਵੀ ਬਣਦੀ ਪੰਥਕ ਤੌਰ ਤੇ ਸਜ਼ਾ ਵਾ ਜਾਂ ਜਿਹੜੀ ਕਾਰਵਾਈ ਉਹ ਇਹਦੇ ਤੇ ਜ਼ਰੂਰ ਹੋਣੀ ਚਾਹੀਦੀ ਆ। ਬਾਕੀ ਸਿੱਖ ਜਿਹੜੇ ਆ, ਸਿੱਖ ਕੌਮ ਜਿਹੜੀ ਆ, ਇਹ ਵੱਖਰੀ ਕੌਮ ਹੈਗੀ ਆ, ਵੱਖਰੀ ਕੌਮ ਰਵੇਗੀ। ਸਾਨੂੰ ਕਿਸੇ ਸਰਕਾਰ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਕਿ ਅਸੀਂ ਵੱਖਰੇ ਆ, ਅਸੀਂ ਨਿਆਰੇ ਆ। ਸਾਡੇ ਗੁਰੂ ਨੇ ਆਖਿਆ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਨੂੰ ਸਾਡੇ ਗੁਰੂ ਨੇ ਕਿਹਾ, ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾ ਛਾੜੇ ਦਊ, ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨਾ ਲਿਆ। ਸਾਨੂੰ ਸਾਡੇ ਗੁਰੂ ਨੇ ਹੁਕਮ ਕੀਤਾ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਨਾ ਅਸੀਂ ਹਿੰਦੂ ਆ ਤੇ ਨਾ ਹੀ ਅਸੀਂ ਮੁਸਲਮਾਨ ਆ, ਅਸੀਂ ਵੱਖਰੇ ਆ, ਅਸੀਂ ਨਿਆਰੇ ਆ। ਇਸ ਕਰਕੇ ਇਸ ਗੱਲ ਦੇ ਉੱਤੇ ਸਾਡੀ ਹੋਂਦ ਦਾ ਜਿਹੜਾ ਮਸਲਾ ਹੈ, ਇਸ ਮਸਲੇ ਦੇ ਉੱਤੇ ਸਿੱਖ ਜਿਹੜਾ ਜਿੰਨਾ ਚਿਰ ਤੱਕ ਸੰਸਾਰ ਦੇ ਵਿੱਚ ਜਿਉਂਦਾ ਹੈ ਤੇ ਉਹਦੇ ਵਿੱਚ ਆਖਰੀ ਸਾਹ ਆ, ਆਪਣੀ ਹੋਂਦ ਦੇ ਮਸਲੇ ਦੇ ਉੱਤੇ ਸਿੱਖ ਕਦੀ ਸਮਝੌਤਾ ਨਾ ਕਰਦਾ ਤੇ ਨਾ ਕਰ ਸਕਦਾ। ਇਸ ਕਰਕੇ ਮੈਂ ਕੌਮ ਨੂੰ ਬੇਨਤੀ ਕਰੂੰਗਾ ਕਿ ਇਹੋ ਜਿਹੇ ਜਿਹੜੇ ਲੋਕ ਆ, ਜਿਹੜੇ ਆਪਣੇ ਸਵਾਰਥ ਲਈ, ਆਪਣੀ ਕੁਰਸੀ ਲਈ, ਸੱਤਾ ਦੀ ਭੁੱਖ ਲਈ, ਚਾਹੀਦਾ ਤੇ ਇਹ ਸੀ ਕਿ ਮਨਜਿੰਦਰ ਸਿੰਘ ਸਿਰਸਾ ਉੱਥੇ ਸਿੱਖਾਂ ਦਾ ਪੱਖ ਰੱਖਦਾ ਕਿ ਸਿੱਖਾਂ ਦੇ ਲਈ ਵੱਖਰਾ ਪਰਸਨਲ ਲਾ ਚਾਹੀਦਾ ਹੈ, ਵੱਖਰੇ ਕਾਨੂੰਨ ਚਾਹੀਦੇ ਆ। ਸਿੱਖਾਂ ਦੀ ਮੰਗ ਆ ਚਿਰਾਂ ਤੋਂ, ਸਿੱਖਾਂ ਦੀ ਡਿਮਾਂਡ ਆ, ਪਰ ਇਹ ਕਹਿ ਰਿਹਾ ਕਿ ਨਹੀਂ, ਸਿੱਖਾਂ ਨੂੰ UCC ਬੜੀ ਚੰਗੀ ਲੱਗਦੀ ਆ, ਅਸੀਂ ਤੇ ਪਹਿਲਾਂ ਹੀ UCC ਦੇ ਅਧੀਨ ਆਏ ਹੋਏ ਆ। ਤੇ ਕੱਲ ਨੂੰ ਜੇ ਉਹਨਾਂ ਨੇ ਕਹਿਤਾ ਕਿ ਇਹਦੇ ਤਹਿਤ ਦਾੜੇ ਰੱਖਣੇ ਠੀਕ ਨਹੀਂ, ਜੇ ਉਹਨਾਂ ਨੇ ਕਹਿਤਾ ਕਿ ਕਿਰਪਾਨਾਂ ਪਾਉਣੀਆਂ ਠੀਕ ਨਹੀਂ, ਜੇ ਉਹਨਾਂ ਨੇ ਕਹਿਤਾ ਵੀ ਆ ਕੜੇ ਪਾਉਣੇ ਠੀਕ ਨਹੀਂ, ਤੇ ਫਿਰ ਦਸਤਾਰਾਂ ਬੰਨਣੀਆਂ ਠੀਕ ਨਹੀਂ, ਕਿਉਂਕਿ ਸਿਵਲ ਕੋਡ ਤੁਸੀਂ ਇੱਕ ਕਰਨ ਜਾ ਰਹੇ ਹੋ। ਇਸ ਕਰਕੇ ਸਿਰਸਾ ਸਾਹਿਬ, ਕੌਮ ਦੇ ਨਾਲ ਧੋਖਾ ਨਾ ਕਰੋ, ਬੇਈਮਾਨੀ ਨਾ ਕਰੋ, ਔਰ ਚੇਤੇ ਦੇ ਵਿੱਚ ਰੱਖੋ, ਉੱਥੇ ਗੁਰੂ ਨੇ ਆਖਿਆ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲਿਆ ਦੋਜਕ ਚਾਲਿਆ। ਉੱਥੇ ਸੱਚੀ ਦਰਗਾਹ ਦੇ ਵਿੱਚ ਜਦੋਂ ਨਿਬੇੜਾ ਹੋਣਾ ਨਾ, ਉੱਥੇ ਤੁਸੀਂ ਕਿਹੜਾ ਗੁਰੂ ਨੂੰ ਜਾ ਕੇ ਜਵਾਬ ਦਿਓਗੇ ਕਿ ਸਿੱਖਾਂ ਦੇ ਘਰ ਜਨਮ ਲੈ ਕੇ ਜੇ ਤੁਹਾਡੇ ਵਰਗੇ ਹੋਰ 100 ਸਿੱਖ ਕਿਤੇ ਪੈਦਾ ਹੋ ਜਾਣ ਤੇ ਤੁਸੀਂ ਤੇ ਸਮੁੱਚੀ ਕੌਮ ਦਾ ਸੰਸਾਰ ਦੇ ਵਿੱਚ ਜਲੂਸ ਕੱਢ ਕੇ ਰੱਖ ਦਿਓ। ਤੁਸੀਂ ਤੇ ਕਿਹੋ ਜੀ ਸੋਚ, ਕਿਹੋ ਜੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ। ਇਸ ਕਰਕੇ ਬੇਨਤੀ ਆ ਸਮੁੱਚੀ ਕੌਮ ਨੂੰ, ਇਹੋ ਜਿਹੇ ਜਿਹੜੇ ਦੋ ਮੂੰਹੇ ਸੱਪ ਆ ਤੇ ਦੋਗਲੇ ਲੋਕ ਆ, ਇਹਨਾਂ ਦਾ ਬਾਈਕਾਟ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।